सतनाम वाहिगुरु साहिब जी। सावन सरसी का मनी, चरण कमल स्यों प्यार। मन तन रता सच रंग, इको नाम बार। विख्या रंग कोड़ा विया, दिसन सबे छार। हरि अमृत बूंद सहावनी, मिल साधु पीवन हार। वन दिन प्रभ संग मालिया, समर्थ पुरख अपार। हर मिलने नो मन लोचदा, कर्म मिलावन हार। जिनी सखिए प्रभ पाया, हो तिनके सत बलहार। नानक हर जी मया कर, शब्द सवारन हार। सावन तिना सुहागनी, जिन राम नाम पुरहार। परम सन्मान जो गुरु की प्यारी साध संगत जी, सतगुरु सच्चे पातशाह जी सानू रोजमर्रा दी गल समझाउंदे ने। जिवें मनुख ने विकास कीता है, जंगलों दे विचों बस्तियां ते बस्तियां दे विचों शहर वसाए, फिर कारोबार चलाए। कारोबार चलाउण वास्ते मशीनां बनाईयां, कारखाने बनाए। फिर उन्हां च काम करन वास्ते लेबर का प्रबंध बनाया। उस लेबर ने किन्ना चिर काम करना है, उस टाइम नूं मर्यादा च लिआंदा। इन्हां सारियां चीज़ां नूं सामने रख के मनुख ने जिहड़े रब ने दिन ते रात बनाए, धरती सूरज दियां बकरमा करदी, 365 दिन लग जांदे इस नूं, ते 365 दिनां दे विच 12 महीने बनाए। ते कुदरत दे नियम नूं कैलकुलेटर करके सामने लिआंदा, ते 12 महीनिਆਂ दे विच सूरज दियां बकरमा करदी धरती ते उतरा चढ़ा आउंदा। पूरे 12 महीनिਆਂ विच 6 रुत्तां आउंदियां। रुत बदलदी जदों धरती दा फेर बदल हुंदा। समुंदर दे लागे आले पासे चली जांदी है, ते मॉनसून आ जांदी। थोड़ा समुंदर तो दूजे पासे हो गई, गर्मी पैदा हो जाती। इस तरह करके 6 रुत्तां गिनिया गईयां। साध संगत जी, अज गर्मी रुत जिहड़ी उस चों सूरज दी
ਰਾਸ਼ ਬਦਲ ਕੇ ਬਰਸਾਤੀ ਰੁੱਤ ਦੇ ਵਿੱਚ ਪ੍ਰਵੇਸ਼ ਕਰ ਗਈ। ਇਹ ਸਾਵਣ ਦਾ ਮਹੀਨਾ, ਸਾਉਣ ਤੇ ਭਾਦੋਂ, ਇਹ ਬਰਸਾਤੀ ਰੁੱਤ ਮੰਨੀ ਗਈ ਹੈ। ਹਾੜ ਦਾ ਮਹੀਨਾ ਗਰਮੀ ਦੀ ਸਿਖਰ ਦਾ ਮਹੀਨਾ ਹੁੰਦਾ। ਮਹਾਰਾਜ ਇਸ ਬਰਸਾਤੀ ਰੁੱਤ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਇਸ ਮਹੀਨੇ ਦੇ ਰਾਹੀਂ, ਇਹ ਸਾਲ ਦਾ ਪ੍ਰਕਿਰਤੀ ਨਿਯਮ ਦਾ ਸਾਲ ਦਾ ਮਹੀਨਾ ਚੌਥਾ ਹੈ, ਇਸ ਚੌਥੇ ਮਹੀਨੇ ਦੀ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਸਾਹਿਬ ਜੀ ਦਾ ਫਰਮਾਨ ਹੈ, ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਚ ਨਾਮ, ਮਨ ਤਨ ਸਚ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਪਿਛਲੇ ਮਹੀਨੇ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ, ਅਸਾੜ ਤਪੰਦਾ ਤਿਸ ਲੱਗੇ ਹਰ ਨਾਮ ਨ ਜਿਨ੍ਹਾਂ ਪਾਸ। ਹਾੜ ਦਾ ਮਹੀਨਾ, ਗਰਮੀ ਦੀ ਅੱਤ ਦਾ ਮਹੀਨਾ, ਉਹਨਾਂ ਨੂੰ ਇਹ ਮਹੀਨਾ ਸਤਾਉਂਦਾ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ, ਤੇ ਜਿਨ੍ਹਾਂ ਦੇ ਕੋਲ ਪਰਮਾਤਮਾ ਵਾਹਿਗੁਰੂ ਜੀ ਦਾ ਸੇਵਾ ਸਿਮਰਨ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਸਾੜ ਸੁਹੰਦਾ ਤਿਸ ਲੱਗੇ ਜਿਸ ਹਰ ਮਨ ਚਰਨ ਨਿਵਾਸ, ਜਿਸ ਮਨ ਹਰ ਚਰਨ ਨਿਵਾਸ। ਸਟਾਰਟਿੰਗ ਦੇ ਵਿੱਚ ਕੀ ਕਹਿੰਦੇ ਨੇ ਕਿ ਹਾੜ ਦਾ ਮਹੀਨਾ ਉਹਨਾਂ ਨੂੰ ਸਤਾਉਂਦਾ, ਉਹਨਾਂ ਨੂੰ ਤਪਾਉਂਦਾ, ਹਰ ਨਾਮ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ ਨਹੀਂ। ਤੇ ਅਖੀਰ ਸ਼ਬਦ ਦੀ ਸਮਾਪਤੀ ਤੇ ਕਹਿੰਦੇ ਨੇ, ਇਹ ਹਾੜ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਜਿਨ੍ਹਾਂ ਦੇ ਕੋਲ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਹੈ, ਤੇ ਸੁਰਤ ਜਿਨ੍ਹਾਂ ਦੀ ਸ਼ਬਦ ਰੂਪੀ ਗੁਰੂ ਚਰਨਾਂ ਨਾਲ ਜੁੜੀ ਹੋਈ ਹੈ। ਇਹ ਗਰਮੀ ਦੇ ਮਹੀਨੇ ਤੋਂ ਬਾਅਦ ਬਰਸਾਤੀ ਰੁੱਤ ਆਈ। ਮਹਾਰਾਜ ਇਹਦੇ ਵਿੱਚ ਵੀ ਇਹੀ ਚੀਜ਼ ਸਮਝਾਉਣ ਦਾ ਯਤਨ ਕਰਦੇ, ਸਾਵਨ ਸਰਸੀ ਕਾਮਨੀ। ਕਾਮਨੀ ਕਹਿੰਦੇ ਇਸਤਰੀ ਨੂੰ, ਕਹਿੰਦੇ ਜਿਸ ਤਰ੍ਹਾਂ ਸਾਵਨ ਦੇ ਮਹੀਨੇ ਦੇ ਵਿੱਚ ਧੀਆਂ ਨੂੰ ਪੇਕੇ ਘਰ ਲੈ ਆਉਂਦੇ ਨੇ, ਧੀਆਂ ਆਪਣੇ ਪੇਕੇ ਪਰਿਵਾਰ ਨਾਲ ਮਿਲ ਜੁਲ ਕੇ ਖੁਸ਼ੀਆਂ ਮਨਾਉਂਦੀਆਂ, ਪਰ ਸੁਰਤ ਜਿਹੜੀ ਸੁਹਾਗਣਾ ਦੀ ਆ ਉਹ ਆਪਣੇ ਪਤੀ ਦੇ ਸ਼ਬਦ ਚਰਨਾਂ ਦੇ ਵਿੱਚ ਹੁੰਦੀ, ਮਾਲਕ ਦੇ ਚਰਨਾਂ 'ਚ ਜੁੜੀ। ਤੇ ਇਹ ਸਾਵਣ ਦਾ ਮਹੀਨਾ, ਉਹ ਬਰਸਾਤੀ ਰੁੱਤ, ਪੀਂਘਾਂ ਝੂਟਦੀਆਂ, ਕਿਕਲੀ ਪਾਉਂਦੀਆਂ, ਤਿਆਰੀ ਕਰਦੀਆਂ ਨੇ ਕਿ ਮੈਂ ਆਪਣੇ ਸਸੁਰਾਲ ਜਾਣਾ, ਆਪਣੇ ਮਾਲਕ ਦੇ ਘਰ ਜਾਣਾ। ਆਪਣੇ ਪੇਕੇ ਪਰਿਵਾਰ ਵਿੱਚ ਵੀ ਬੈਠ ਕੇ ਮਨ ਤਨ ਰਤਾ ਸੱਚ ਰੰਗ ਭਾਵ, ਉਧਰ ਦੀ ਉਡੀਕ, ਘਰ ਵਾਪਸੀ ਦੀ, ਇੱਕੋ ਨਾਮ ਆਧਾਰ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਆ ਜੀਵ ਰੂਪੀ ਇਸਤਰੀ ਆਪਣੇ ਪੇਕੇ ਸੰਸਾਰ ਦੇ ਵਿੱਚ ਆਈ, ਤੇ ਇਸ ਨੇ ਸਾਵਣ, ਜਿਸ ਤਰ੍ਹਾਂ ਸਾਵਣ ਵਿੱਚ ਲੜਕੀਆਂ ਤਿਆਰੀ ਕਰਦੀਆਂ ਨੇ ਆਪਣੇ ਵਾਪਸ ਪਰਿਵਾਰ 'ਚ ਜਾਣਾ, ਪੇਕੇ ਘਰ 'ਚੋਂ ਮੱਠੀਆਂ, ਗੁਲਗੁਲੇ, ਪੂੜੇ ਵਗੈਰਾ ਤਿਆਰੀ ਕਰਦੀਆਂ ਕਿ ਮੈਂ ਜਾਣਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਇਹ ਜੀਵ ਰੂਪੀ ਇਸਤਰੀ ਇਸ ਸੰਸਾਰ ਦੇ ਵਿੱਚ ਰਹਿ ਕੇ ਤੇ ਤਿਆਰੀ ਹੋਵੇ ਇਹਦੀ ਪ੍ਰਮਾਤਮਾ ਦੇ ਮਿਲਾਪ ਦੀ, ਉਹਦੇ ਰੰਗ ਵਿੱਚ ਰੱਤੀ ਹੋਈ ਸੇਵਾ ਸਿਮਰਨ ਦਾ ਦਾਜ ਇਕੱਠਾ ਕਰੇ, ਜਿਹਨੂੰ ਸਾਈਂ ਬੁੱਲੇ ਸ਼ਾਹ ਜੀ ਵੀ ਕਹਿੰਦੇ ਨੇ, ਕੱਟ ਕੁੜੇ ਕੁਝ ਵੱਟ ਕੁੜੇ
ਛੱਲੀ ਲਾਹ ਪੜੋਲੇ ਘੱਟ ਕੁੜੇ, ਜੇ ਦਾਜ ਵਿਹੂਣੀ ਜਾਵੇਂਗੀ ਤਾਂ ਛਾਉ ਦੇ ਮਨ ਨਾ ਭਾਵੇਂਗੀ। ਇਹ ਗੱਲ ਸਮਝਾਉਂਦੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ, ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਮਨ ਕਰਕੇ ਤਨ ਕਰਕੇ ਗੁਰੂ ਸ਼ਬਦ ਦੇ ਨਾਲ ਜੁੜਿਆ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸਾਰ, ਹਰ ਅੰਮ੍ਰਿਤ ਬੂੰਦ ਸਹਾਵਨੀ ਮਿਲ ਸਾਧੂ ਪੀਵਨ ਹਾਰ। ਇੱਕ ਅੰਮ੍ਰਿਤ ਦੀ ਬੂੰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਬੜੀ ਸੋਹਣੀ ਗੱਲ। ਬਾਬੀਹਾ ਪ੍ਰਭੂ ਪ੍ਰਭੂ ਕਰੇ ਜਲ ਨਿਧ ਪ੍ਰੇਮ ਪਿਆਰ। ਇੱਕ ਛੋਟਾ ਜਿਹਾ ਪੰਛੀ ਆ, ਚਿੜੀ ਵਰਗਾ, ਜੇਠ ਤੇ ਹਾੜ ਦੀ ਅੱਤ ਦੀ ਗਰਮੀ ਵਿੱਚ ਆਪਾਂ ਨੂੰ ਪਿਆਸ ਸਤਾਉਂਦੀ ਹੈ। ਸਕੰਜਵੀ ਬਣਾ ਕੇ, ਸ਼ਰਬਤ ਬਣਾ ਕੇ, ਰੂਹ ਅਫਜ਼ਾ ਬਣਾ ਕੇ ਆਪਾਂ ਪੀਨੇ ਆ ਪਿਆਸ ਮਿਟਾਉਣ ਵਾਸਤੇ। ਪੁਰਾਣੇ ਸਮੇਂ ਦੇ ਵਿੱਚ ਘਰ ਦਾ ਗੁੜ ਜਿਹੜਾ ਕਾਸਟਿਕ ਤੋਂ ਬਗੈਰ, ਕੈਮੀਕਲ ਤੋਂ ਬਗੈਰ ਭਿੰਡੀਆਂ ਪਾ ਕੇ ਤੇ ਉਹ ਮੈਲ ਲਾ ਕੇ ਤਿਆਰ ਕੀਤਾ ਹੁੰਦਾ ਸੀ। ਉਹ ਗੁੜ ਚਾਟੀਆਂ ਭਰ ਕੇ ਰੱਖਿਆ ਹੁੰਦਾ ਸੀ। ਇਹਨਾਂ ਦਿਨਾਂ ਦੇ ਵਿੱਚ ਨਰਮੇ ਗੋੜ ਦੇ ਗਵਾਰੇ ਸਵਾਰ ਦੇ ਜਦੋਂ ਲੂ ਵਗਣੀ ਤੇ ਉਹ ਗੁੜ ਦਾ ਸ਼ਰਬਤ ਪੀਣਾ। ਇਸੇ ਤਰ੍ਹਾਂ ਪਿਆਸ ਉਸ ਬਬੀਹੇ ਨੂੰ ਵੀ ਲੱਗੀ ਹੈ। ਤੇ ਸਾਧ ਸੰਗਤ ਜੀ, ਛੱਪੜ ਭਰੇ ਨੇ ਪਾਣੀ ਦੇ, ਨਹਿਰਾਂ ਤਲਾਬ ਭਰੇ ਨੇ ਪਾਣੀ ਦੇ, ਪਰ ਉਹ ਬਬੀਹਾ ਜਿਹੜਾ ਏ ਉਹ ਇਹ ਪਾਣੀ ਜਿਹੜਾ ਧਰਤੀ ਤੇ ਆ ਨਹੀਂ ਪੀਂਦਾ। ਉਹਨੂੰ ਚਾਹੀਦੀ ਸਵੰਤੀ ਬੂੰਦ, ਜੀਵਨ ਦੇ ਵਿੱਚ ਇੱਕੋ ਹੀ ਬੂੰਦ ਚਾਹੀਦੀ ਉਸਨੂੰ। ਉਹ ਬੂੰਦ ਜਦੋਂ ਬਬੀਹੇ ਨੂੰ ਮਿਲ ਜਾਂਦੀ ਹੈ ਤੇ ਉਹ ਤ੍ਰਿਪਤ ਹੋ ਜਾਂਦਾ, ਉਦੋਂ ਬਾਅਦ ਉਹਨੂੰ ਪਿਆਸ ਨਹੀਂ ਲੱਗਦੀ। ਤੇ ਸਾਡੇ ਵਾਂਗੂ ਛੱਪੜਾਂ ਦਾ, ਖੂਹਾਂ ਦਾ, ਨਹਿਰਾਂ ਟੋਭਿਆਂ ਦਾ ਪਾਣੀ ਜਾਂ ਜਾਨਵਰ ਹੋਰ ਵੀ ਨੇ, ਉਹਨਾਂ ਵਾਂਗੂ ਉਹ ਇਹ ਪਾਣੀ ਨਹੀਂ ਪੀਂਦਾ। ਫਿਰ ਜਦੋਂ ਇਹ ਪਾਣੀ ਨਹੀਂ ਪੀਂਦਾ ਤੇ ਉਸ ਸਵੰਤੀ ਬੂੰਦ ਵਾਸਤੇ ਰੱਬ ਦੇ ਚਰਨਾਂ 'ਚ ਅਰਦਾਸ ਕਰਦਾ ਏ। ਕਿਉਂਕਿ ਜਦੋਂ ਬਾਰਿਸ਼ ਹੁੰਦੀ ਹੈ ਨਾ, ਉਸ ਬਾਰਿਸ਼ ਦੇ ਅੰਦਰ ਅੰਮ੍ਰਿਤ ਬੂੰਦਾਂ ਡਿੱਗਦੀਆਂ ਨੇ, ਜਿਹਨੂੰ ਸਵੰਤੀ ਬੂੰਦ ਕਹਿੰਦੇ ਆ। ਇਹ ਸਵੰਤੀ ਬੂੰਦਾਂ ਧਰਤੀ ਤੇ ਡਿੱਗਦੀਆਂ ਤੇ ਧਰਤੀ ਨੂੰ ਹਰਿਆ ਭਰਿਆ ਕਰ ਦਿੰਦੀਆਂ। ਕਦੀ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਦੇਖਣਾ ਪਹਾੜੀ ਇਲਾਕਿਆਂ 'ਚ, ਚਲੋ ਜਿਹੜੇ ਹਿਮਾਲਿਆ ਦੇ ਪਹਾੜ ਆ, ਹਿਮਾਚਲ ਦੇ ਪਹਾੜ ਆ, ਜੰਮੂ ਕਸ਼ਮੀਰ ਦੇ ਪਹਾੜ ਉਹਨਾਂ ਨੂੰ ਛੱਡੀਏ, ਜੈਪੁਰ ਜੋਧਪੁਰ ਦੇ ਪਹਾੜ, ਜਿਹੜੇ ਮਾਰਬਲ ਦੇ ਪੱਥਰ ਦੇ ਪਹਾੜ, ਤਾਮਿਲਨਾਡੂ ਦੇ ਪਹਾੜ, ਮਹਾਰਾਸ਼ਟਰ ਦੇ ਪਹਾੜ, ਯੂਪੀ ਦੇ ਪਹਾੜ, ਜਿਹੜੇ ਪੱਥਰਾਂ ਦੇ ਪਹਾੜ ਨੇ, ਇਹਨਾਂ ਦਿਨਾਂ ਵਿੱਚ ਕਿਤੇ ਜਾ ਕੇ ਦੇਖਣਾ ਉਹ ਵੀ ਹਰੇ ਭਰੇ ਹੁੰਦੇ ਨੇ। ਘਾਹ ਫੂਸ ਦਰਖਤ ਬੜਾ ਕੁਛ ਉੱਥੇ ਉੱਗਿਆ ਹੁੰਦਾ। ਉਹ ਸਾਰੇ ਦਾ ਸਾਰਾ ਉੱਪਰੋਂ ਰੱਬ ਦੀ ਰਹਿਮਤ ਜਿਹੜੀ ਬਰਸਦੀ ਆ, ਸਵੰਤੀ ਬੂੰਦ ਜਿਹਨੂੰ ਕਹਿੰਦੇ, ਉਹਦੇ ਕਰਕੇ ਹਰਿਆ ਭਰਿਆ ਹੁੰਦਾ। ਤੇ ਉਹ ਜਿਹੜਾ ਬਬੀਹਾ ਹੈ ਉਹ ਰੱਬ ਦੇ ਚਰਨਾਂ 'ਚ ਅਰਦਾਸ ਕਰਦਾ, ਜਿਹੜੀ ਅਰਦਾਸ ਗੁਰੂ ਨਾਨਕ ਨੇ ਗੁਰਸਿੱਖਾਂ ਨੂੰ ਬਖਸ਼ੀ ਆ। ਕਦੀ ਉਸ ਬਬੀਹੇ ਨੇ ਇਹ ਨਹੀਂ ਆਖਿਆ ਕਿ ਮੈਨੂੰ ਸਵੰਤੀ ਬੂੰਦ ਦੇ, ਮੈਨੂੰ ਸਵੰਤੀ ਬੂੰਦ ਦੇ, ਕਿਉਂਕਿ ਸਵੰਤੀ ਬੂੰਦ ਕੱਲੀ ਕਦੀ ਨਹੀਂ ਡਿੱਗਦੀ, ਉਹ ਬਰਸਾਤ ਵਿੱਚ ਡਿੱਗਦੀ ਹੈ। ਵਿਦਵਾਨਾਂ ਦਾ ਕਥਨ ਆ, ਇਹ ਤਕਰੀਬਨ ਹਰ ਧਰਮ ਦੇ ਵਿੱਚ ਗੱਲ ਵੱਖਰੀ ਆ ਕਿ ਸ਼ਬਦਾਵਲੀ ਜਿਹੜੀ ਆ ਉਹ ਅਲੱਗ ਤਰੀਕੇ ਨਾਲ ਵਰਤੀ ਆ।
ਜਿਵੇਂ ਇਸਲਾਮ ਦੇ ਗ੍ਰੰਥ ਨੇ, ਕ੍ਰਿਸਚਨ ਮਿਊਨਿਟੀ ਦੇ ਗ੍ਰੰਥ ਨੇ, ਯਹੂਦੀ ਮਿਊਨਿਟੀ ਦੇ ਗ੍ਰੰਥ ਨੇ, ਜਜ਼ੀਦੀਆਂ ਦੇ ਗ੍ਰੰਥ ਨੇ, ਕੁਰੈਸ਼ੀਆਂ ਦੇ ਗ੍ਰੰਥ ਨੇ। ਇਹਨਾਂ ਦੇ ਵਿੱਚ ਉਸ ਸਵੰਤੀ ਬੂੰਦ ਨੂੰ ਆਬੇ ਹਯਾਤ ਕਿਹਾ ਏ, ਤੇ ਹਿੰਦੂ ਗ੍ਰੰਥਾਂ ਦੇ ਵਿੱਚ ਇਸ ਨੂੰ ਸਵੰਤੀ ਬੂੰਦ ਕਿਹਾ ਏ, ਤੇ ਸਿੱਖ ਮਿਊਨਿਟੀ ਦੇ ਵਿੱਚ ਇਸ ਨੂੰ ਅੰਮ੍ਰਿਤ ਬੂੰਦ ਕਹਿੰਦੇ ਆ। ਇਹਦੇ ਬਾਰੇ ਵਿਦਵਾਨਾਂ ਦਾ ਜਿਹੜਾ ਖਿਆਲ ਆ ਨਾ, ਕਹਿੰਦੇ ਜਦੋਂ ਬਾਰਿਸ਼ ਪੈਂਦੀ ਇਹਦੇ ਵਿੱਚੋਂ ਸਵੰਤੀ ਬੂੰਦਾਂ ਡਿੱਗਦੀਆਂ ਨੇ, ਕਦੇ ਕਦਾਏ ਉਹ ਬੂੰਦ ਕਿਸੇ ਮਨੁੱਖ ਦੇ ਸਿਰ ਵਿੱਚ ਡਿੱਗ ਪਵੇ ਨਾ, ਤੇ ਮਨੁੱਖ ਦਾ ਜੀਵਨ ਪਲਟ ਜਾਂਦਾ ਏ। ਜਿੰਨਾ ਮਰਜ਼ੀ ਉਹ ਬਦ ਫੈਲੀਆਂ ਕਰਦਾ ਸੀ, ਵਿਸ਼ੇ ਵਕਾਰ ਭੋਗਦਾ ਸੀ, ਇੱਕਦਮ ਉਹਦੇ ਜੀਵਨ 'ਚ ਪਲਟਾ ਆ ਜਾਂਦਾ। ਉਹ ਰੱਬ ਦੀ ਬੰਦਗੀ ਵਾਲਾ ਪੁਰਸ਼ ਬਣ ਜਾਂਦਾ, ਸ਼ੁਭ ਕਰਮ ਕਰਨ ਵਾਲਾ ਪੁਰਸ਼ ਬਣ ਜਾਂਦਾ, ਜਿਹਦੇ ਸਵੰਤੀ ਬੂੰਦ ਦਿਮਾਗ 'ਚ ਡਿੱਗ ਜਾਵੇ, ਸਿਰ 'ਚ ਡਿੱਗ ਜਾਵੇ, ਸਰੀਰ ਤੇ ਕਿਤੇ ਵੀ ਡਿੱਗ ਜੇ। ਇਹੀ ਸਵੰਤੀ ਬੂੰਦ ਆਪਾਂ ਦੇਖਦੇ ਹਾਂ। ਹੁਣ ਕਿਤੇ ਬਾਰਿਸ਼ ਪੈਂਦੀ ਹੋਵੇ, ਦੇਖ ਲੈਣਾ ਕਿਸੇ ਛੱਪੜ ਚੋਬੇ ਦੇ ਕਿਨਾਰੇ ਖਲੋ ਕੇ ਗੁਰੂ ਗ੍ਰੰਥ ਸਾਹਿਬ ਜੀ ਗਵਾਹੀ ਭਰਦਾ ਕਿ ਜਿਹੜੇ ਜੀਵ ਜੰਤੂ ਜਲ ਵਿੱਚ ਰਹਿੰਦੇ ਨੇ ਉਹ 42 ਲੱਖ ਆ, ਪਰ ਪਾਣੀ ਵਿੱਚ ਰਹਿ ਕੇ ਵੀ ਉਹ ਪਿਆਸੇ ਹੁੰਦੇ ਆ। ਉਹ ਪਾਣੀ ਉਹਨਾਂ ਦਾ ਆਕਸੀਜਨ ਆ, ਪਾਣੀ ਤੋਂ ਬਾਹਰ ਤੜਫ ਤੜਫ ਮਰ ਜਾਂਦੇ ਆ, ਪਰ ਪਿਆਸ ਨਹੀਂ ਉਸ ਪਾਣੀ ਨਾਲ ਬੁਝਦੀ। ਜਿਹੜੀ ਬਰਸਾਤ ਹੁੰਦੀ ਆ ਅੰਬਰ ਤੋਂ ਉੱਪਰੋਂ, ਆਕਾਸ਼ ਚੋਂ, ਉਹ ਹਰ ਜਿਹੜਾ ਜੀਵ ਜੰਤੂ ਪਾਣੀ 'ਚ ਰਹਿੰਦਾ ਉਹ ਤਾਂ ਨੂੰ ਮੂੰਹ ਅੱਡ ਅੱਡ ਕੇ ਪਾਣੀ ਬਰਸਾਤ ਦਾ ਪੀਂਦਾ। ਉਸ ਬਰਸਾਤੀ ਪਾਣੀ ਦੇ ਵਿੱਚ ਇੱਕ ਜਿਹੜੀ ਛਿਪ ਰਹਿੰਦੀ ਸਮੁੰਦਰ ਦੇ ਵਿੱਚ, ਉਹ ਸਿੱਪੀ ਜੀ ਹੁੰਦੀ ਆ, 2 ਚੱਪੀਆਂ ਦੀਆਂ ਜੁੜੀਆਂ, ਉਹਦੇ ਵਿੱਚ ਇੱਕ ਕੀੜਾ ਹੁੰਦਾ ਹੈ। ਉਹ ਜਦੋਂ ਪਾਣੀ ਬਰਸਾਤ ਦਾ ਪੀਣ ਵਾਸਤੇ ਉੱਪਰ ਮੂੰਹ ਖੋਲਦੀ ਹੈ ਤੇ ਕਿਤੇ ਉਹਦੇ ਵਿੱਚ ਸਵੰਤੀ ਬੂੰਦ ਡਿੱਗ ਪਵੇ ਤੇ ਉਹ ਮੋਤੀ ਬਣ ਜਾਂਦੀ। ਫਿਰ ਉਹ ਸਿਪ ਕਦੀ ਉੱਪਰ ਨਹੀਂ ਆਉਂਦੀ, ਉਹ ਕਮ ਸੇ ਕਮ 500,000 ਫੁੱਟ ਥੱਲੇ ਸਮੁੰਦਰ ਦੇ ਪਾਣੀ 'ਚ ਚਲੀ ਜਾਂਦੀ। ਸ਼ਿਕਾਰੀ ਲੋਕ ਜਿਹੜੇ ਏਡਾ ਵੱਡਾ ਗੋਤਾ ਲਾਉਂਦੇ, ਥੱਲੇ 1000 ਫੁੱਟ ਤੱਕ ਜਾਂਦੇ, ਉਹ ਛਿਪਾਂ ਨਜ਼ਰ ਆਉਂਦੀਆਂ ਤੇ ਟੋਕਰਿਆਂ ਦੇ ਟੋਕਰੇ ਭਰ ਭਰ ਕੇ ਉਹ ਬਾਹਰ ਕੱਢਦੇ ਨੇ, ਉਹਨਾਂ 'ਚ ਮੋਤੀ ਹੁੰਦੇ ਆ। ਇਸੇ ਤਰ੍ਹਾਂ ਇਹ ਜਿਹੜੀ ਸਵੰਤੀ ਬੂੰਦ ਆ, ਕਿਤੇ ਕੇਲੇ ਦੇ ਉੱਤੇ ਡਿੱਗਦੀ ਆ ਤੇ ਉਸ ਕੇਲੇ ਤੋਂ ਕਪੂਰ ਬਣ ਜਾਂਦਾ। ਪੂਜਾ ਦੇ ਵਿੱਚ ਕੰਮ ਆਉਂਦਾ ਕਪੂਰ। ਇਹੀ ਸਵੰਤੀ ਬੂੰਦ ਕਿਤੇ ਮਲੇ ਦੇ ਦਰਖਤ ਤੇ ਡਿੱਗੇ ਤੇ ਉਹ ਚੰਦਨ ਦਾ ਦਰਖਤ ਹੋ ਜਾਂਦਾ, ਉਹਦੇ ਚੋਂ ਖੁਸ਼ਬੂਆਂ ਆਉਣ ਲੱਗ ਜਾਂਦੀਆਂ। ਇਹੀ ਸਵੰਤੀ ਬੂੰਦ ਕਿਤੇ ਕਾਲੇ ਸੱਪ ਦੇ ਫਣ ਦੇ ਉੱਤੇ ਸਿਰ ਵਿੱਚ ਡਿੱਗ ਪਵੇ, ਉਹਦੇ ਦਿਮਾਗ 'ਚ ਮਣੀ ਪੈਦਾ ਹੋ ਜਾਂਦੀ, ਪ੍ਰਕਾਸ਼ ਪੈਦਾ ਹੋ ਜਾਂਦਾ। ਇਹੀ ਸਵੰਤੀ ਬੂੰਦ ਖੱਬਲ ਘਾਹ ਦੇ ਉੱਤੇ, ਜਿਹੜਾ ਤਿੜਾ ਵਾਲਾ ਘਾਹ ਹੁੰਦਾ, ਉਸ ਘਾਹ ਦੇ ਉੱਤੇ ਡਿੱਗ ਜਾਵੇ ਤੇ ਉਸ ਘਾਹ ਦਾ ਰੰਗ ਚਿੱਟਾ ਹੋ ਜਾਂਦਾ, ਆਂਡੇ ਵਾਂਗੂ ਸਫੇਦ ਹੋ ਜਾਂਦਾ। ਉਹ ਘਾਹ ਜਿਹੜਾ ਏ ਕਾਲਾ ਹਿਰਨ ਖਾਂਦਾ, ਹੋਰ ਕਿਸੇ ਨੂੰ ਪਹਿਚਾਣ ਨਹੀਂ ਉਹਦੀ। ਉਹ ਹਿਰਨ ਜਦੋਂ ਉਹ ਚਿੱਟਾ ਘਾਹ ਖਾ ਲੈਂਦਾ ਤੇ ਉਹਦੀ ਨਾਭੀ 'ਚ ਕਸਤੂਰੀ ਪੈਦਾ ਹੋ ਜਾਂਦੀ। ਹਰੇਕ ਹਿਰਨ ਦੇ ਕਸਤੂਰੀ ਨਹੀਂ ਹੁੰਦੀ। ਜੇ ਹਰ ਇੱਕ ਹਿਰਨ ਦੇ ਅੰਦਰ ਕਸਤੂਰੀ ਹੋਵੇ ਤਾਂ ਫਿਰ ਇੰਨੀ ਮਹਿੰਗੀ ਨਾ ਮਿਲੇ। ਉਹਦੇ ਕਾਲੇ ਹਿਰਨ ਦੇ ਅੰਦਰ ਉਹ ਕਸਤੂਰੀ ਪੈਦਾ ਹੋ ਜਾਂਦੀ, ਜਿਹੜਾ ਉਸ ਘਾਹ ਨੂੰ ਖਾ ਜਾਂਦਾ। ਇਸੇ ਤਰ੍ਹਾਂ ਇਹ ਜਿਹੜੇ ਸਵੰਤੀ ਬੂੰਦ ਆ, ਇਹ ਕਿਤੇ ਗਿੱਦੜ ਦੇ ਸਿਰ ਵਿੱਚ ਡਿੱਗ ਪਵੇ ਤੇ ਉਹ ਹਲਕਾ ਹੋ ਜਾਂਦਾ, ਪਾਗਲ ਹੋ ਜਾਂਦਾ। ਇਹ ਸਵੰਤੀ ਬੂੰਦ ਜਿਹੜੀ ਆ, ਉਸ ਬਬੀਹੇ ਦੇ ਸਿਰ ਵਿੱਚ ਡਿੱਗ ਜਾਵੇ ਤੇ ਉਹ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ। ਉਦੋਂ ਬਾਅਦ ਉਹਨੂੰ ਪਿਆਸ ਨਹੀਂ ਲੱਗਦੀ। ਤੇ ਉਸ ਸਵੰਤੀ ਬੂੰਦ ਵਾਸਤੇ ਉਹ ਜਿਹੜਾ ਬਬੀਹਾ ਏ, ਉਹ ਰੱਬ ਦੇ ਚਰਨਾਂ 'ਚ ਅਰਦਾਸ ਕਰਦਾ। ਕਿਸ ਤਰ੍ਹਾਂ? ਮੀਆਂ ਮੀਆਂ ਬੀਆ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਵਾ, ਵਰਸੋ ਕਿਰਪਾ ਧਾਰ। ਇਹ ਜਿਹੜੀ ਅਰਦਾਸ ਆ,
ਉਹ ਸਾਰਾ ਦਿਨ ਰਾਤ ਦਿਨ ਕਰਦਾ ਰਹਿੰਦਾ, ਪਿਰੂ 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 ਭਾਵ ਮੀਆਂ ਮੀਆਂ ਮੀਆਂ। ਉਹ ਜਿਹੜੀ ਅਰਦਾਸ ਆ ਜਦੋਂ ਰੱਬ ਦੀ ਦਰਗਾਹ 'ਚ ਪ੍ਰਵਾਨ ਹੋ ਜਾਂਦੀ ਤੇ ਰੱਬ ਦਾ ਫਿਰ ਹੁਕਮ ਹੁੰਦਾ ਮੇਘ ਨੂੰ ਬੱਦਲਾਂ ਨੂੰ ਵੀ ਕਿਰਪਾ ਧਾਰ ਨੀਵਾਂ ਹੋ ਕੇ ਬਰਸ ਧਰਤੀ ਤੇ। ਉਹ ਬਰਸਦਾ ਏ, ਉਹਦੇ ਵਿੱਚੋਂ ਇੱਕ ਬੂੰਦ ਉਸ ਬਬੀਹੇ ਨੂੰ ਮਿਲਦੀ ਹੈ। ਇਹ ਅਰਦਾਸ ਗੁਰੂ ਨਾਨਕ ਨੇ ਸਾਨੂੰ ਬਖਸ਼ੀ ਕਿ ਹੇ ਭਾਈ ਉਸ ਰੱਬ ਦੇ ਅੱਗੇ ਅਰਦਾਸ ਕਰਿਆ ਕਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਐ ਬੰਦਿਆ, ਸਰਬੱਤ ਦੇ ਭਲੇ ਵਿੱਚ ਤੂੰ ਆ ਜਾਣਾ, ਤੂੰ ਬਾਹਰ ਨਹੀਂ ਰਹਿ ਜਾਂਦਾ ਸਰਬੱਤ ਚੋਂ। ਇਸ ਲਈ ਸਰਬੱਤ ਦਾ ਭਲਾ ਮੰਗੇਗਾ, ਤੇਰਾ ਭਲਾ ਵੀ ਹੋ ਜਾਏਗਾ। ਪਰ ਬੰਦਾ ਇਸ ਤਰ੍ਹਾਂ ਕਰਦਾ ਥੋੜੀ। ਗੁਰੂ ਦੇ ਹੁਕਮ ਨੂੰ ਕਿੱਥੇ ਮੰਨਦੇ ਅਸੀਂ ਤੇ ਇਹ ਸਿਰਫ ਇੱਕ ਸ਼ਬਦ, ਇੱਕ ਅਰਦਾਸ ਦੇ ਸ਼ਬਦ ਸਮਝ ਕੇ ਤੇ ਬੋਲ ਦਿੰਦੇ ਆ। ਹਰ ਵਾਰੀ ਅਰਦਾਸ 'ਚ ਬੋਲਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਅਸੀਂ ਲੋਚਦੇ ਥੋੜੀ ਏਦਾਂ, ਲੋਚਦੇ ਤੇ ਅਸੀਂ ਆਪਣਾ ਹੀ ਭਲਾ ਏ। ਇਸੇ ਲਈ ਮਹਾਰਾਜ ਕਹਿੰਦੇ ਸੰਸਾਰ ਦੁਖੀ ਆ। ਗੁਰੂ ਸਾਹਿਬ ਦਾ ਫਰਮਾਨ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਐ ਮੇਰੇ ਭਰਾ, ਐ ਮੇਰੇ ਮਿੱਤਰ, ਪਰਾਇਆ ਬੁਰਾ ਨਾ ਸੋਚ, ਤੈਨੂੰ ਕਦੀ ਦੁੱਖ ਨਹੀਂ ਨੇੜੇ ਆਵੇਗਾ। ਮਹਾਰਾਜ ਉਹੀ ਗੱਲ ਕਰਦੇ ਸਮਝਾਉਂਦੇ ਨੇ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ। ਜਿਵੇਂ ਉਸ ਬਬੀਹੇ ਨੂੰ ਆ ਧਰਤੀ ਦਾ ਪਾਣੀ ਗੰਦਲਾ ਨਜ਼ਰ ਆਉਂਦਾ ਏ ਕਿ ਬਈ ਇਹ ਛੱਪੜਾਂ ਦਾ, ਖੂਹਾਂ ਦਾ, ਨਦੀਆਂ ਨਾਲਿਆਂ ਦਾ ਪਾਣੀ ਗੰਦਲਾ ਏ। ਇਸੇ ਤਰ੍ਹਾਂ ਜਿਹੜਾ ਰੱਬ ਦੇ ਪਿਆਸ ਰੱਖਣ ਵਾਲਾ, ਅੰਮ੍ਰਿਤ ਨਾਮ ਦੀ ਪਿਆਸ ਰੱਖਣ ਵਾਲਾ ਗੁਰਸਿੱਖ, ਮਹਾਰਾਜ ਕਹਿੰਦੇ ਉਹਨੂੰ ਵੀ ਆ ਸੰਸਾਰੀ ਰਸ ਜਿਹੜੇ ਨੇ ਉਹ ਜ਼ਹਿਰ ਨਜ਼ਰ ਆਉਂਦੇ ਆ। ਉਸ ਬਬੀਹੇ ਵਾਂਗੂ ਹਰ ਅੰਮ੍ਰਿਤ ਬੂੰਦ ਸੁਹਾਵਣੀ, ਉਹ ਵੀ ਉਹ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਬੂੰਦ ਨੂੰ ਲੋਚਦਾ ਏ। ਪਰ ਇਹ ਅੰਮ੍ਰਿਤ ਬੂੰਦ ਕਿੱਥੇ ਵਰਸਦੀ ਆ? ਜਿਸ ਤਰ੍ਹਾਂ ਬਾਰਿਸ਼ ਦੇ ਵਿੱਚ ਉਸ ਛੋਟੇ ਜਿਹੇ ਪੰਛੀ ਨੂੰ ਅੰਮ੍ਰਿਤ ਦੀ ਬੂੰਦ ਮਿਲਦੀ ਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਆ ਸਤ ਸੰਗਤ ਦੇ ਵਿੱਚ ਜਿਹੜੀ ਗੁਰ ਕਥਾ ਚੱਲਦੀ ਆ, ਉਹ ਗੁਰ ਕਥਾ ਗੁਰਸਿੱਖ ਵਾਸਤੇ ਅੰਮ੍ਰਿਤ ਬੂੰਦ ਆ। ਮਹਾਰਾਜ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ। ਮਿਲਦੀ ਕਿੱਥੋਂ ਆ? ਮਿਲ ਸਾਧੂ ਪੀਵਨ ਹਾਰ। ਸਤ ਸੰਗਤ ਦੇ ਵਿੱਚ ਇਹ ਧਿਆਨ ਲਾ ਕੇ ਗੁਰੂ ਬਾਣੀ, ਗੁਰੂ ਕਥਾ, ਗੁਰ ਇਤਿਹਾਸ ਕਥਾ ਨੂੰ ਸੁਣਨਾ। ਮਹਾਰਾਜ ਕਹਿੰਦੇ ਇਹ ਆ ਮਿਲ ਪੀਵਨਹਾਰ। ਇਹ ਪੀਵਨਹਾਰ ਆ ਜਿਹੜਾ ਗੁਰੂ ਦੀ ਵਿਚਾਰ, ਬਾਣੀ, ਨਾਮ ਸਿਮਰਨ, ਉਸਤਤ। ਮਹਾਰਾਜ ਕਹਿੰਦੇ ਸਾਵਧਾਨ ਹੋ ਕੇ, ਇਕਾਗਰ ਚਿੱਤ ਹੋ ਕੇ ਸੁਣਨਾ। ਇਹ ਅੰਮ੍ਰਿਤ ਬੂੰਦ ਪੀਣੀ ਆ। ਵਨ ਤਿਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਹਰ ਮਿਲਨੇ ਨੋ ਮਨ ਲੋਚਦਾ, ਕਰਮ ਮਿਲਾਵਨ ਹਾਰ। ਵਨ ਜੰਗਲ ਤਿਰਨ ਤੀਲੇ। ਮਹਾਰਾਜ ਕਹਿੰਦੇ ਪ੍ਰਭੂ ਦੀ ਰਹਿਮਤ ਤੇ ਭਰੀ ਬਰਸਾਤ, ਜਿਹੜਾ ਅਸੀਂ ਪਾਣੀ ਮੋਗੇ ਦਾ ਲਾਉਣੇ ਜਾਂ ਟਿਊਬਵੈੱਲ ਦਾ ਕੱਢ ਕੇ ਲਾਉਣੇ, ਉਹ ਸਾਰਿਆਂ ਖੇਤਾਂ ਵਾਸਤੇ ਰਹਿਮਤ ਨਹੀਂ ਕਰਦਾ। ਉਹ ਜਿਹੜੇ ਕਿਆਰੇ ਨੂੰ ਨੱਕਾ ਵੱਢਿਆ ਏ ਉਹਦੇ ਵਾਸਤੇ ਹੀ ਰਹਿਮਤ ਆਓ, ਦੂਜੇ ਨੂੰ ਉਹਦਾ ਕੋਈ ਲਾਭ ਨਹੀਂ। ਮਹਾਰਾਜ ਕਹਿੰਦੇ ਜਿਹੜੀ ਬਰਸਾਤ ਆ ਉਹ ਗਰੀਬ ਦਾ ਖੇਤ ਹੋਵੇ, ਅਮੀਰ ਦਾ ਖੇਤ ਹੋਵੇ, ਉੱਚੇ ਟਿੱਬੇ ਤੇ ਖੇਤ ਹੋਵੇ, ਥੱਲੇ ਨੀਵੇਂ ਥਾਂ ਖੇਤ ਹੋਵੇ, ਸਾਰਿਆਂ ਤੇ ਉਹ ਬਰਸਾਤ ਬਰਸਦੀ ਆ। ਇਸ ਤਰ੍ਹਾਂ ਸਤ ਸੰਗਤ ਵਿੱਚ ਆ ਕੇ ਜਦੋਂ ਗੁਰਬਾਣੀ ਸਰਵਣ ਕਰਦੇ ਆ, ਮਹਾਰਾਜ ਕਹਿੰਦੇ ਨੇ ਵੀ ਉਹ ਜਿਹੜੀ ਜੰਗਲ ਨੂੰ ਇੱਕ ਛੋਟੇ ਜਿਹੇ ਘਾਹ ਦੇ ਟੀਲੇ ਨੂੰ ਵੀ ਉਹ ਪਾਣੀ ਦੇ ਦਿੰਦੀ ਆ। ਉਹ ਬਰਸਾਤ ਭਾਵ ਸਾਰਿਆਂ ਦੇ ਉੱਤੇ ਇੱਕੋ ਜਿਹੀ ਰਹਿਮਤ ਹੁੰਦੀ ਆ। ਪਰ ਉਸ ਰੱਬ ਨੂੰ ਮਿਲਣ ਦਾ ਚਾਅ ਜਿੰਨਾ ਮਰਜ਼ੀ ਹੋਵੇ, ਮਿਲਾਪ ਕਰਮਾਂ ਤੇ ਹੋਣਾ। ਕਿਉਂਕਿ ਮੈਂ ਜੋ ਕਰਮ ਲਿਖੇ ਨੇ, ਜੋ ਕਰਮ ਕਮਾਏ ਨੇ,
ਉਹਨਾਂ ਦੇ ਮੁਤਾਬਕ ਜੀਵਨ ਮਿਲਣਾ, ਉਹਨਾਂ ਦੇ ਮੁਤਾਬਕ ਫਲ ਮਿਲਣਾ। ਸਵੇਰੇ ਵੀ ਆਪਾਂ ਕਥਾ ਵਿਚਾਰ ਸਰਵਣ ਕੀਤੀ ਹੈ ਕਿ ਇਦਾਂ ਨਹੀਂ ਹੋ ਸਕਦਾ ਵੀ ਬੰਦਾ ਫੈਸਲਾ ਕੀਤਾ ਹੋਵੇ ਵੀ ਆਪਾਂ ਬੀਜਣਾ ਨਰਮ, ਪਰ ਗਲਤੀ ਦੇ ਨਾਲ ਉੱਥੇ ਗਵਾਰਾ ਬੀਜ ਦਈਏ ਤੇ ਬਾਅਦ ਵਿੱਚ ਕਹੀਏ ਵੀ ਰੱਬਾ ਅੱਛਾ ਗਲਤੀ ਤੇ ਮੇਰੇ ਕੋਲ ਹੋ ਗਈ, ਮੈਂ ਭੁਲੇਖੇ ਨਾਲ ਉੱਥੇ ਗਵਾਰਾ ਬੀਜ ਬੈਠਾ, ਪਰ ਤੂੰ ਕਿਰਪਾ ਕਰਦੇ ਹੁਣ ਉਹਨੂੰ ਟੀਂਡੇ ਲਾ ਦੇ, ਕਪਾਹ ਲਾ ਦੇ, ਉਹ ਕਪਾਹ ਦਾ ਖੇਤ ਬਣ ਜਾਵੇ। ਇਦਾਂ ਨਹੀਂ ਹੋ ਸਕਦਾ ਵੀ ਗਲਤੀ ਨਾਲ ਵੀ ਬੀਜਿਆ ਏ ਤੇ ਜੋ ਬੀਜਿਆ ਏ ਉਹੀ ਉੱਗੇਗਾ। ਮਹਾਰਾਜ ਕਹਿੰਦੇ ਨਾ ਲੋੜ ਹੈ ਦਾਖ ਬਜੂਰੀਆਂ ਕਿੱਕਰ ਬੀਜੇ ਜੱਟ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿ ਮੈਂ ਅਰਦਾਸ ਕਰਾਂ ਗੁਰੂ ਚਰਨਾਂ 'ਚ ਵੀ ਸੱਚੇ ਪਾਤਸ਼ਾਹ ਗਲਤੀ ਨਾਲ ਕਿੱਕਰਾਂ ਬੀਜ ਦਿੱਤੀਆਂ ਨੇ, ਤੂੰ ਹੁਣ ਇਹਨਾਂ ਨੂੰ ਦਾਖਾਂ ਲਾ ਦੇ। ਇਦਾਂ ਨਹੀਂ ਲੱਗਦੀਆਂ। ਹੰਡੇ ਉੱਨ ਕਤਾਏ ਦਾ, ਕੱਤੀ ਤੇ ਉਹਨੇ ਆ ਤੇ ਆਖੇ ਮੈਂ ਤੇ ਉੱਨ ਕੱਤੀ ਆ, ਪਰ ਸੱਚੇ ਪਾਤਸ਼ਾਹ ਤੂੰ ਇਹਨੂੰ ਰੇਸ਼ਮ ਬਣਾ ਦੇ। ਇਦਾਂ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਮਿਲਨੇ ਨੂੰ ਮਨ ਲੋਚਦਾ, ਮਨ ਲੋਚਦਾ ਉਸ ਪਰਮਾਤਮਾ ਦੇ ਮਿਲਾਪ ਨੂੰ, ਪਰ ਕਰਮ ਮਿਲਾਵਨਹਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਾ ਜ਼ੋਰ ਕਰਮਾਂ ਤੇ ਦਿੰਦੇ ਆ। ਐ ਬੰਦਿਆ ਕਰਮ ਇੱਕ ਬੀਜ ਆ ਤੇ ਤੂੰ ਸੁਤੰਤਰ ਆ। ਸਤਿਗੁਰੂ ਨੇ ਤੈਨੂੰ ਪੂਰੀ ਆਜ਼ਾਦੀ ਦਿੱਤੀ ਆ, ਜਿਹੜਾ ਬੀਜ ਮਰਜ਼ੀ ਬੀਜ ਲਾ। ਇਸ ਲਈ ਸਤਿਗੁਰੂ ਕਹਿੰਦੇ ਦੋਸ਼ ਨਾ ਦੂਜੇ ਨੂੰ ਦਵੀਂ, ਦੋਸ਼ ਤੇਰੇ ਕਰਮਾਂ ਦਾ ਏ। ਜੋ ਤੂੰ ਬੀਜਿਆ ਏ ਉਹਦਾ ਹੀ ਤੈਨੂੰ ਫਲ ਮਿਲਣਾ ਏ। ਇਸ ਕਰਕੇ ਬੀਜਣ ਲੱਗਿਆ ਧਿਆਨ ਦੇ ਕਿ ਮੈਂ ਬੀਜਦਾ ਕੀ ਪਿਆ ਏ। ਕਰਮ ਮਿਲਾਵਨਹਾਰ, ਜੋ ਬੀਜਿਆ ਏ ਉਹੀ ਉਗਣਾ ਤੇ ਉਹਨੂੰ ਉਹੀ ਫਲ ਲੱਗਣਾ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲਹਾਰ। ਨਾਨਕ ਹਰ ਜੀ ਮੈਂ ਕਰ ਸ਼ਬਦ ਸਵਾਰ ਨਹਾਰ। ਜਿਨ੍ਹਾਂ ਸਖੀਆਂ ਨੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਪ੍ਰਾਪਤ ਕਰ ਲਿਆ, ਸੇਵਾ ਸਿਮਰਨ ਕਰਕੇ ਪਰਮਾਤਮਾ ਤੱਕ ਪਹੁੰਚ ਬਣਾ ਲਈ। ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਸਦਕੇ ਜਾਵਾਂ, ਉਹਨਾਂ ਤੋਂ ਬਲਹਾਰ ਜਾਵਾਂ। ਇਸ ਕਲੂ ਕਾਲ ਦੇ ਅੰਦਰ, ਇਸ ਪਦਾਰਥਵਾਦੀ ਯੁੱਗ ਦੇ ਅੰਦਰ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਮਹਾਰਾਜ ਕਹਿੰਦੇ ਅਸਲ ਵਿੱਚ ਉਹ ਬਹਾਦਰ ਆ, ਉਹ ਸੂਰਮਾ ਏ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਕਹੀਅਤ ਹੈ ਸੂਰਾ। ਆਤਮ ਜਿਨੇ ਸਗਲ ਵਸ ਤਾਕੇ ਜਾ ਕਾ ਸਤਿਗੁਰ ਪੂਰਾ। ਜਿਹਨੂੰ ਪੂਰਾ ਗੁਰੂ ਮਿਲ ਜਾਵੇ ਉਹਨੂੰ ਹਰੀ ਦਾ ਨਾਮ ਦਾ ਰੰਗ ਲੱਗ ਜਾਂਦਾ। ਤੇ ਜੇ ਹਰੀ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਲੱਗਾ, ਗੁਰੂ ਵੀ ਪੂਰਾ ਮਿਲਿਆ, ਤੇ ਮਹਾਰਾਜ ਕਹਿੰਦੇ ਫਿਰ ਗੁਰੂ ਵਿਚਾਰਾ ਕਿਆ ਕਰੇ। ਜੋ ਸਿੱਖਾਂ ਮੈਂ ਚੂਕ, ਸਾਨੂੰ ਗੁਰੂ ਤੇ ਪਿਆਰਾ ਮਿਲ ਗਿਆ, ਪੂਰਾ ਗੁਰੂ ਮਿਲ ਗਿਆ, ਪਰ ਅਸੀਂ ਵਹਿਮਾਂ ਭਰਮਾਂ ਦੇ ਵਿੱਚ, ਪਖੰਡਾਂ ਦੇ ਵਿੱਚ, ਇਹਨਾਂ ਵਿੱਚ ਫਸ ਕੇ ਪੂਰਨ ਗੁਰੂ ਨੂੰ ਸਮਰਪਿਤ ਨਹੀਂ ਹੋਏ। ਮਹਾਰਾਜ ਕਹਿੰਦੇ ਨਾਨਕ ਹਰ ਜੀ ਮਇਆ ਕਰ। ਉਹਦੇ ਚਰਨਾਂ 'ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਮਇਆ, ਮਇਆ ਦੇ ਅਰਥ ਨੇ ਮਿਹਰ ਕਰ, ਰਹਿਮਤ ਬਖਸ਼ਿਸ਼ ਕਰ, ਆਪਣੇ ਨਾਮ ਦੀ ਦਾਤ ਬਖਸ਼। ਕਿਉਂਕਿ ਇਹ ਜਿਹੜਾ ਗੁਰੂ ਦਾ ਸ਼ਬਦ ਆ ਨਾ, ਇਹ ਹੀ ਪਰਮਾਤਮਾ ਤੱਕ ਪਹੁੰਚਾਉਂਦਾ, ਪਰਮਾਤਮਾ ਨਾਲ ਮਿਲਾਪ ਕਰਦਾ। ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਇਹ ਜਿਹੜਾ ਸ਼ਬਦ ਮੇਰੇ ਕਾਰਜ ਸਵਾਰਨ ਵਾਲਾ ਏ, ਇਹ ਮੈਨੂੰ ਬਖਸ਼ ਦੇ, ਇਹ ਦਾਤ ਮੈਨੂੰ ਦੇ ਦੇ। ਮਹਾਰਾਜ ਕਹਿੰਦੇ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਉਹਨਾਂ ਵਾਸਤੇ ਇਹ ਸਾਵਣ ਦਾ ਮਹੀਨਾ ਸੁਹਾਵਣਾ ਏ, ਸੋਹਣਾ ਏ। ਜਿਹੜੀਆਂ ਰੂਹਾਂ ਪਰਮ ਪਿਤਾ ਪਰਮਾਤਮਾ ਨਾਲ ਮਿਲੀਆਂ। ਸਾਵਣ ਦਾ ਮਹੀਨਾ ਇੱਥੇ ਇੱਕ ਲੜਕੀਆਂ ਦੀ ਉਦਾਹਰਨ ਦੇ ਕੇ ਕਿ ਜਿਸ ਤਰ੍ਹਾਂ ਉਹ ਆਪਣੇ ਸਾਵਣ ਮਹੀਨੇ 'ਚ ਪੇਕੇ ਘਰੀ ਆਉਂਦੀਆਂ, ਇਸੇ ਤਰ੍ਹਾਂ ਇਹ ਮਨੁੱਖ ਦਾ ਜਨਮ ਲੈ ਕੇ ਸੰਸਾਰ ਰੂਪੀ ਪੇਕੇ ਘਰ 'ਚ ਆਈਆਂ ਉਹ ਰੂਹਾਂ, ਉਹਨਾਂ ਵਾਸਤੇ ਸੁਹਾਵਣਾ ਏ ਜਿਨ੍ਹਾਂ ਦੇ ਗਲ ਦੇ ਵਿੱਚ ਸੁਹਾਗਣਾ ਵਾਲਾ ਮੰਗਲ ਸੂਤਰ ਪਰਮਾਤਮਾ ਦੇ ਨਾਮ ਦਾ ਹੈ। ਮਹਾਰਾਜ ਕਹਿੰਦੇ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਪਰਮਾਤਮਾ ਦੇ
ਦੇ ਨਾਮ ਦਾ ਜਿਨ੍ਹਾਂ ਦੇ ਗਲ ਵਿੱਚ ਹਾਰ ਆ ਉਹ ਅਸਲ ਸੁਹਾਗਣਾ ਨੇ। ਉਹਨਾਂ ਵਾਸਤੇ ਸਾਵਣ ਦਾ ਮਹੀਨਾ ਸੁਹਾਵਣਾ ਹੈ, ਉਹਨਾਂ ਵਾਸਤੇ ਸੋਹਣਾ ਹੈ ਜਿਹੜੀਆਂ ਰੱਬ ਦੇ ਨਾਲ ਜੁੜੀਆਂ ਹੋਈਆਂ ਰੂਹਾਂ। ਉਹ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਪਵਨ